परम गुरु रूप गुर सवारी गुर साजी गुर निवाजी साध संगत जियो साहिबां दी बख्शी हुई फतेह प्रवान करनी। वाहिगुरु जी का खालसा वाहिगुरु जी की फतेह। जिस तरह के ਅਸੀਂ ਕੱਲ अंग नंबर 7 ਦੀ ਅਖੀਰਲੀ ਤੁਕ ਤੇ ਸਮਾਪਤੀ ਕੀਤੀ ਸੀ ਤੇ ਅੱਜ ਜਪਜੀ ਸਾਹਿਬ ਜੀ ਦੀ 36ਵੀਂ ਪੌੜੀ ਤੋਂ 36th ਪੌੜੀ ਤੋਂ ਵਿਚਾਰ ਹੋਇਆ ਸੀਗਾ ਤੇ ਕਿ ਅੱਜ ਤੋਂ ਦੁਬਾਰਾ ਸ਼ੁਰੂ ਕਰਾਂਗੇ। ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪ ਸਾਰੀ ਸੰਗਤ ਸਾਰੇ ਹੀ ਪਿਆਰੇ ਜਨ ਗੁਰੂ ਪਿਆਰੇ ਅਸੀਸਾਂ ਬਖਸ਼ੋ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਇਆ ਦੇ ਨਾਲ ਆਓ ਅੱਜ ਅਸੀਂ ਅੱਜ ਦੇ ਪਾਠ ਅਤੇ ਵਿਚਾਰ ਆਰੰਭ ਕਰੀਏ ਜੀ। ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ। ਇੱਥੇ ਪਦ ਅਰਥ ਥੋੜੇ ਜਿਹੇ ਅਸੀਂ ਵਿਚਾਰਾਂਗੇ ਜੀ। ਪ੍ਰਚੰਡ ਦਾ ਅਰਥ ਹੁੰਦਾ ਹੈ ਤੇਜ, ਨਾਦ ਰਾਗ, ਵਿਨੋਦ ਤਮਾਸ਼ੇ, ਕੋਡ ਕੌਤਕ ਤੇ ਆਨੰਦ ਸਵਾਦ। ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ। ਗਿਆਨ ਖੰਡ ਵਿੱਚ ਭਾਵ ਮਨੁੱਖ ਦੀ ਗਿਆਨ ਅਵਸਥਾ ਵਿੱਚ ਗਿਆਨ ਹੀ ਬਲਵਾਨ ਹੁੰਦਾ ਹੈ। ਇਸ ਅਵਸਥਾ ਵਿੱਚ ਮਾਨੋ ਸਭ ਰਾਗਾਂ ਤਮਾਸ਼ਿਆਂ ਤੇ ਕੌਤਕਾਂ ਦਾ ਸਵਾਦ ਆ ਜਾਂਦਾ ਹੈ। ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਸਰਮ ਉਦਮ ਮਿਹਨਤ, ਰੂਪ ਸੁੰਦਰਤਾ, ਤਿੱਥੈ ਇਸ ਮਿਹਨਤ ਵਾਲੀ ਅਵਸਥਾ, ਘਾੜਤ ਘੜੀਐ ਘਾੜਤ ਵਿੱਚ ਘੜਿਆ ਜਾਂਦਾ ਹੈ, ਬਹੁਤ ਅਨੂਪ ਬਹੁਤ ਸੋਹਣਾ। ਅਰਥ ਕਰਦੇ ਨੇ ਉਦਮ ਅਵਸਥਾ ਦੀ ਬਨਾਵਟ ਸੁੰਦਰਤਾ ਹੈ। ਉਦਮ ਮਿਹਨਤ ਕਰਨ ਵਾਲੀ ਅਵਸਥਾ ਦੀ ਬਨਾਵਟ ਸੁੰਦਰਤਾ ਹੈ। ਭਾਵ ਇਸ ਅਵਸਥਾ ਵਿੱਚ ਆ ਕੇ ਮਨ ਦਿਨੋ ਦਿਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ। ਇਸ ਅਵਸਥਾ ਵਿੱਚ ਨਵੀਂ ਘਾੜਤ ਦੇ ਕਾਰਨ ਮਨ ਬਹੁਤ ਸੋਹਣਾ ਘੜਿਆ ਜਾਂਦਾ ਹੈ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ। ਅਰਥ ਉਸ ਅਵਸਥਾ ਦੀਆਂ, ਕਿਸ ਅਵਸਥਾ ਦੀਆਂ, ਜਿਹੜੀ ਅਵਸਥਾ ਉੱਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਬਿਆਨ ਕਰ ਰਹੇ ਨੇ, ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਜੇ ਕੋਈ ਮਨੁੱਖ ਬਿਆਨ ਕਰਦਾ ਹੈ ਤਾਂ ਪਿੱਛੋਂ ਪਛਤਾਉਂਦਾ ਹੈ ਕਿਉਂਕਿ ਉਹ ਬਿਆਨ ਕਰਨ ਦੇ ਅਸਮਰਥ ਰਹਿੰਦਾ ਹੈ। ਜਿਵੇਂ ਕਿ ਕਬੀਰ ਸਾਹਿਬ ਫਰਮਾਉਂਦੇ ਨੇ, ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖੈ ਹੀ ਪ੍ਰਵਾਨ। ਤਿੱਥੈ ਘੜੀਐ ਸੁਰਤ ਮਕ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਦਾ ਕੀ ਸੁਧ। ਅਰਥ ਉਹ ਮਿਹਨਤ ਵਾਲੀ ਅਵਸਥਾ ਵਿੱਚ ਮਨੁੱਖ ਦੀ ਸੁਰਤ ਤੇ ਮਤ ਘੜੀ ਜਾਂਦੀ ਹੈ। ਭਾਵ ਸੁਰਤ ਤੇ ਮਤ ਉੱਚੀ ਹੋ ਜਾਂਦੀ ਹੈ। ਹੁਣ ਘੜੀ ਜਾਣ ਦਾ ਇੱਥੇ ਜੇ ਆਪਾਂ ਅਰਥ ਦੇਖੀਏ ਤੇ ਕਿਸੇ ਵੀ ਚੀਜ਼ ਨੂੰ ਘੜਨਾ ਮਤਲਬ ਉਹਨੂੰ ਹੋਰ ਅੱਛੀ ਸ਼ੇਪ ਦੇਣਾ, ਉਹਨੂੰ ਹੋਰ ਨੈਕਸਟ ਲੈਵਲ ਤੇ ਲੈ ਕੇ ਜਾਣਾ। ਜਿੱਦਾਂ ਅਸੀਂ ਪੈਨਸਿਲ ਨੂੰ ਵੀ ਕਹਿੰਦੇ ਨਾ ਕਿ ਪੈਨਸਿਲ ਘੜ ਲਈ, ਜਦ ਪੈਨਸਿਲ ਘੜ ਲਈ ਤਾਂ ਉਹ ਲਿਖਣ ਯੋਗ ਹੋ ਗਈ। ਜਦ ਕੋਈ ਪੱਥਰ ਤਰਾਸ਼ ਲਿਆ, ਘੜ ਲਿਆ ਤਾਂ ਉਹ ਸੋਹਣਾ ਬਣ ਗਿਆ, ਤਾਂ ਉਹਦੀ ਮੂਰਤੀ ਬਣ ਗਈ। ਇਵੇਂ ਜਿਵੇਂ ਜਿਵੇਂ ਅਸੀਂ ਇਸ ਅਵਸਥਾ ਵਿੱਚ ਆਨੇ ਆ, ਉਸ ਤਰ੍ਹਾਂ ਸਾਡੀ ਸੁਰਤ ਤੇ ਮਤ ਘੜੀ ਜਾਂਦੀ ਹੈ। ਸੁਰਤ ਤੇ ਮਤ ਘੜੀ ਹੋਣ ਕਰਕੇ ਉਹ ਉੱਚੀ, ਹੋਰ ਸੁੰਦਰ, ਹੋਰ ਵਧੀਆ ਹੋ ਜਾਂਦੀ ਹੈ ਅਤੇ ਮਨ ਵਿੱਚ ਜਾਗਰਤ ਪੈਦਾ ਹੋ ਜਾਂਦੀ ਹੈ। ਸਰਮ ਖੰਡ ਵਿੱਚ ਦੇਵਤਿਆਂ ਤੇ ਸਿੱਧਾਂ ਵਾਲੀ ਅਕਲ ਮਨੁੱਖ ਦੇ ਅੰਦਰ ਬਣ ਜਾਂਦੀ ਹੈ। ਭਾਵ ਗਿਆਨ ਅਵਸਥਾ ਦੀ ਬਰਕਤ ਨਾਲ ਜਿਉਂ-ਜਿਉਂ ਸਾਰਾ ਜਗਤ ਇੱਕ ਸਾਂਝਾ ਟੱਬਰ ਦਿਸਦਾ ਹੈ, ਜੀਵ ਖਲਕਤ ਦੀ ਸੇਵਾ ਦੀ ਮਿਹਨਤ ਸਰਮ ਸਿਰ ਤੇ ਚੁੱਕਦਾ ਹੈ। ਜੀਵ ਖਲਕਤ ਦੀ ਸੇਵਾ ਦੀ ਮਿਹਨਤ, ਖਲਕਤ ਦੀ ਸੇਵਾ ਤੇ ਉਹ ਸੇਵਾ ਕਰਨ ਦੇ ਵਿੱਚ ਜਿਹੜੀ ਮਿਹਨਤ ਲੱਗਦੀ ਹੈ, ਸਿਰ ਤੇ ਚੁੱਕਦਾ ਹੈ ਕਿਉਂਕਿ ਜਿਉਂ-ਜਿਉਂ ਉਹਨੂੰ ਸਾਰਾ ਜਗਤ ਇੱਕ ਸਾਂਝਾ ਟੱਬਰ ਦਿਸਦਾ ਹੈ।
एक बारी फिर पढ़िए जी। ज्ञान अवस्था दी बरकत नाल ज्यों ज्यों सारा जगत एक सांझा टब्बर दिसदा है, जीव खलकत दी सेवा दी मेहनत शर्म सिर ते चुकदा है। मन दी पहली तंग दिली हट के विशालता ते उदारता दी घाड़त विच मन नਵੇਂ सिरे सोहना घड़िया ਜਾਂਦਾ है। मन विच एक नवी जागृत आउंदी है, सुरत उच्ची होण लग पैंदी है। करम खंड की बाणी जोर, तिथै होर ना कोई होर। तिथै जोध महाबल सूर, तिनमै राम रहा भरपूर। अर्थ बख्शिश वाली अवस्था। करम, करम ਦਾ ਅਰਥ ਇੱਥੇ ਭਾਈ ਸਾਹਿਬ ਨੇ ਕੀਤਾ ਹੈ ਬਖਸ਼ਿਸ਼। ਬਾਣੀ, ਬਾਣੀ ਦਾ ਅਰਥ ਇੱਥੇ बनावट तो है, बनन तो बाणी, बाणी बनावट। जोर मतलब बल या ताकत। ते आगे भाई साहब जी अर्थ करते ने, बख्शिश वाली अवस्था दी बनावट बल है, करम खंड की बाणी जोर। भाव जदों मनुख उत्ते अकाल पुरख दी मेहर बख्शिश दी नजर हुंदी है तां उसदे अंदर अजिहा बल पैदा हुंदा है कि विषय विकार उस उत्ते अपना प्रभाव नहीं पा सकते। कर्म खंड की बाणी जोर, उसे जीव दे अंदर इस अवस्था, ਕਿਹੜੀ ਅਵਸਥਾ? ਬਖਸ਼ਿਸ਼ ਵਾਲੀ ਅਵਸਥਾ। ਕਰਮ ਖੰਡ ਦੇ ਵਿੱਚ ਬਖਸ਼ਿਸ਼ ਵਾਲੀ ਅਵਸਥਾ ਤੇ ਜਦੋਂ ਮਨੁੱਖ ਪਹੁੰਚਦਾ ਹੈ ਤੇ ਉਹਦੇ ਅੰਦਰ ਇਸ ਤਰ੍ਹਾਂ ਦਾ ਬਲ ਪੈਦਾ ਹੋ ਜਾਂਦਾ ਹੈ ਕਿ ਵਿਸ਼ੇ ਵਿਕਾਰ ਉਸ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ, ਕਿਉਂਕਿ ਉਸ ਅਵਸਥਾ ਵਿੱਚ ਮਨੁੱਖ ਦੇ ਅੰਦਰ ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ ਉੱਕਾ ਹੀ ਨਹੀਂ ਰਹਿੰਦਾ। ਤਿਨ ਮੈਂ ਰਾਮ रहा भरपूर, भरपूर मतलब बहुत ज्यादा। उन्हां दे अंदर अकाल पुरख तो बिना होर कोई दूजा रहिंदा ही नहीं। उस अवस्था विच जो मनुख हन, जोधे महाबली ते सूरमे हन, उन्हां दे रोम रोम विच अकाल पुरख वस रहा है। जिवें कि असीं कहंदे हां कि खालसा सो जो करे नित जंग, खालसा सो जो चढ़े तुरंग। सो ऐसे जोधे महाबली सूरमे जिन्हां नूं बख्शिश वाली अवस्था प्राप्त हुई है, उन्हां दे अंदर इस तरह ਦਾ जोर आ ਜਾਂਦਾ है कि ਉਹ हर तरह ਦੇ विषय विकार ਦੇ ਨਾਲ जंग करके ਉੱਚੀ ਪਦਵੀ ਨੂੰ ਹਾਸਲ ਹੁੰਦੇ ਨੇ। ਤਿੱਥੈ ਸੀਤੋ सीता महिमा माहे, ताके रूप ना कथने जाए। ना ओह मरह ना ठागे जाए, जिनके राम बसै मन माहे। सीतो सीता अर्थ करांगे ਇੱਥੇ जी पूर्ण तौर ते ਪਰੋਇਆ ਹੋਇਆ, पूर्ण तौर ते ਸੀਤਾ ਹੋਇਆ मतलब ਸਟਿਚਡ, ਜਿਹਨੂੰ ਕਿ ਅਸੀਂ ਇੰਗਲਿਸ਼ ਦੇ ਵਿੱਚ ਸਟਿਚਿੰਗ ਕਹਿੰਦੇ ਨੇ, ਇਹ ਉਹ ਸੀਤਾ ਹੈ। ਤੇ ਸੀਤੋ ਸੀਤਾ ਦੋ ਵਾਰੀ ਇਸ ਕਰਕੇ ਯੂਜ਼ ਕੀਤਾ ਗਿਆ ਹੈ ਤਾਂ ਕਿ ਇਸ ਦੇ ਖਿਆਲ ਤੇ ਜ਼ਿਆਦਾ ਜ਼ੋਰ, ਜ਼ਿਆਦਾ ਪ੍ਰਬਲ ਕਰਕੇ ਇਹਨੂੰ ਸਮਝਾਇਆ ਗਿਆ ਹੈ। ਹੈ ਸੀਤੋ ਸੀਤਾ ਮਹਿਮਾ ਮਾਹੇ, ਅਰਥ ਉਸ ਬਖਸ਼ਿਸ਼ ਅਵਸਥਾ ਵਿੱਚ ਅਪੜੇ ਹੋਏ ਮਨੁੱਖਾਂ ਦਾ ਮਨ ਨਿਰਮੋਲ ਜਾਂ ਨਿਰੋਲ ਅਕਾਲ ਪੁਰਖ ਦੀ ਵਡਿਆਈ ਵਿੱਚ ਪਰੋਤਾ ਰਹਿੰਦਾ ਹੈ। ਅਕਾਲ ਪੁਰਖ ਦੀ ਵਡਿਆਈ ਦੇ ਵਿੱਚ ਸਟਿਚ ਹੋ ਗਿਆ, ਜਿਸ ਤਰ੍ਹਾਂ ਮਨ ਸੀਆ ਜਾਂਦਾ ਹੈ। ਇੱਕ ਵਾਰੀ ਫਿਰ ਪੜ੍ਹਦੇ ਹਾਂ ਜੀ। ਉਸ ਬਖਸ਼ਿਸ਼ ਅਵਸਥਾ ਵਿੱਚ ਅਪੜੇ ਹੋਏ ਮਨੁੱਖਾਂ ਦਾ ਮਨ ਨਿਰੋਲ ਅਕਾਲ ਪੁਰਖ ਦੀ ਵਡਿਆਈ ਵਿੱਚ ਪਰੋਤਾ ਰਹਿੰਦਾ ਹੈ। ਉਹਨਾਂ ਦੇ ਸਰੀਰ ਅਜਿਹੇ ਕੰਚਨ ਦੀ ਵੰਨੀ ਵਾਲੇ ਹੋ ਜਾਂਦੇ ਹਨ ਕਿ ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ। ਉਹਨਾਂ ਦੇ ਮੂੰਹ ਉੱਤੇ ਨੂਰ ਹੀ ਨੂਰ ਲਿਸ਼ਕਦਾ ਹੈ। ਇਸ ਅਵਸਥਾ ਵਿੱਚ ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਵਸਦਾ ਹੈ, ਉਹ ਆਤਮਕ ਮੌਤ ਨਹੀਂ ਮਰਦੇ, ਨਾ ਉਹ ਮਰਹਿ ਨਾ ਠਾਗੇ ਜਾਹੇ। ਉਹ ਆਤਮਕ ਮੌਤ ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ। ਗੁਰਸਿੱਖਾਂ ਮੱਥੇ ਉਜਲੇ ਸੱਚੇ ਦਰਬਾਰ। ਇੱਥੇ ਭਾਈ ਸਾਹਿਬ ਜੋ ਹੀ ਸਮਝਾ ਰਹੇ ਨੇ ਕਿ ਇਸ ਅਵਸਥਾ ਦੇ ਵਿੱਚ ਐਸੇ ਮਨੁੱਖ ਜਦ ਪਹੁੰਚਦੇ ਨੇ, ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ ਤੇ ਉਹਨਾਂ ਨੂੰ ਆਤਮਕ ਮੌਤ ਦਾ ਕੋਈ ਡਰ ਨਹੀਂ ਹੁੰਦਾ, ਕਿਉਂਕਿ ਉਹ
ਆਤਮਕ ਤੌਰ ਤੇ ਜੀਵੰਤ ਹੋ ਜਾਂਦੇ ਹਨ। ਸ਼ਬਦ ਮਰੋ ਫਿਰ ਜੀਵੋ ਸਦਹੀ ਵਾਲੀ ਅਵਸਥਾ ਤੇ ਪਹੁੰਚ ਜਾਂਦੇ ਹਨ। ਤਿੱਥੈ ਭਗਤ ਵਸੈ ਕਹਿ ਲੋ, ਕਰੇ ਆਨੰਦ ਸੱਚਾ ਮਨ ਸੋਏ। ਅਰਥ, ਉਸ ਅਵਸਥਾ ਵਿੱਚ ਕਈ ਭਵਨਾਂ ਦੇ ਭਗਤ ਜਨ ਵਸਦੇ ਹਨ ਜੋ ਸਦਾ ਖਿੜੇ ਰਹਿੰਦੇ ਹਨ, ਕਿਉਂਕਿ ਉਹ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿੱਚ ਮੌਜੂਦ ਹੈ। ਜਿੱਦਾਂ ਕਿ ਅਸੀਂ ਪਹਿਲਾਂ ਪੜ੍ਹ ਕੇ ਆਏ ਹਾਂ, ਨਾਨਕ ਭਗਤਾਂ ਸਦਾ ਵਿਕਾਸ। ਉਹੀ ਇੱਥੇ ਗੁਰੂ ਸਾਹਿਬ ਜੀ ਦੁਬਾਰਾ ਸਮਝਾ ਰਹੇ ਨੇ, ਕਰੇ ਆਨੰਦ ਸੱਚਾ ਮਨ ਸੋਏ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਅਰਥ, ਸੱਚਖੰਡ ਵਿੱਚ ਭਾਵ ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿੱਚ। ਸੰਗਤ ਜੀ ਇੱਥੇ ਥੋੜਾ ਜਿਹਾ ਧਿਆਨ ਦੇਣਾ ਜੀ। ਸੱਚਖੰਡ, ਕਰਮਖੰਡ, ਗਿਆਨਖੰਡ ਤੇ ਇਹ ਜਿੰਨੇ ਵੀ ਖੰਡ ਜਪਜੀ ਸਾਹਿਬ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਲਿਖੇ ਨੇ, ਇਹਨਾਂ ਦੇ ਕਈ ਤਰ੍ਹਾਂ ਦੇ ਭਾਵ, ਕਈ ਤਰ੍ਹਾਂ ਦੇ ਅਰਥ ਨੇ। ਇਹਨਾਂ ਦੀ ਡੂੰਘਾਈ ਇੰਨੀ ਜ਼ਿਆਦਾ ਹੈ ਕਿ ਅਸੀਂ 40-45 ਮਿੰਟ ਤਾਂ ਦੂਰ ਦੀ ਗੱਲ, 40-45 ਸਾਲਾਂ ਦੇ ਵਿੱਚ ਕਿਤੇ ਕੋਈ ਗੱਲ ਸਮਝ ਆ ਜਾਏ ਤਾਂ ਵੀ ਗੁਰੂ ਸਾਹਿਬ ਦਾ ਸ਼ੁਕਰ ਹੈ। ਸੋ ਸੰਗਤ ਜੀ, ਇੱਥੇ ਭਾਈ ਸਾਹਿਬ ਜੀ ਨੇ ਟੀਕਾ ਕਰਕੇ ਸਾਨੂੰ ਲਿਟਰਲ ਮੀਨਿੰਗ, ਜਿਹੜੇ ਸ਼ਬਦਾਂ ਦੇ ਅਰਥ ਨੇ ਉਹ ਸਮਝਾਏ ਨੇ, ਪਰ ਸਾਨੂੰ ਆਪਣੇ ਵੱਲੋਂ ਹੋਰ ਕੋਸ਼ਿਸ਼ ਕਰਕੇ ਇਹਨਾਂ ਖੰਡਾਂ ਬਾਰੇ ਖਾਸ ਕਰ ਮੈਂ ਆਪ ਜੀ ਸਾਰੇ ਕੋਸ਼ਿਸ਼ ਕਰਕੇ ਸਾਡੇ ਵਰਗਿਆਂ ਨੂੰ ਵੀ, ਸਾਡੇ ਵਰਗੇ ਗੁਣਹੀਣ ਅਵਗੁਣ ਵਾਲੇ ਬੰਦਿਆਂ ਨੂੰ ਵੀ ਆਪ ਸੰਗਤ ਕਿਰਪਾ ਕਰਕੇ ਕੋਈ ਨਾ ਕੋਈ ਪਿਆਰਾ ਇਹਨਾਂ ਖੰਡਾਂ ਬਾਰੇ ਜ਼ਰੂਰ ਸਟੱਡੀ ਹੋਰ ਕਰਕੇ ਸਾਨੂੰ ਸਾਰਿਆਂ ਨੂੰ ਵੀ ਜ਼ਰੂਰ ਸਾਂਝ ਪਾਵੇ ਜੀ। ਤੇ ਇਹ ਖੰਡਾਂ ਦੀ ਜਿਹੜੇ ਕਥਾ ਹੈਗੀ ਹੈ ਜਾਂ ਇਹਨਾਂ ਦੇ ਜਿਹੜੇ ਅਰਥ ਹੈਗੇ ਨੇ, ਇਹ ਬਹੁਤ ਡੂੰਘੇ ਹੈਗੇ ਨੇ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਸੱਚਖੰਡ ਵਿੱਚ ਭਾਵ ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿੱਚ ਜਦ ਅਸੀਂ ਅਕਾਲ ਪੁਰਖ ਦਾ ਰੂਪ ਆਪ ਹੀ ਹੋ ਗਏ, ਉਸ ਅਵਸਥਾ ਨੂੰ ਭਾਈ ਸਾਹਿਬ ਨੇ ਸੱਚਖੰਡ ਕਿਹਾ ਹੈ। ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਪ ਹੀ ਵਸਦਾ ਹੈ, ਜੋ ਸ੍ਰਿਸ਼ਟੀ ਨੂੰ ਰਚ ਰਚ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਅਰਥ, ਉਸ ਅਵਸਥਾ ਵਿੱਚ ਭਾਵ ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿੱਚ ਮਨੁੱਖ ਨੂੰ ਬੇਅੰਤ ਖੰਡ ਮੰਡਲ ਤੇ ਬੇਅੰਤ ਬ੍ਰਹਿਮੰਡ ਦਿਸਦੇ ਹਨ। ਇਤਨੇ ਬੇਅੰਤ ਕਿ ਜੇ ਕੋਈ ਮਨੁੱਖ ਇਸ ਦਾ ਕਥਨ ਕਰਨ ਲੱਗੇ ਤਾਂ ਉਹਨਾਂ ਦੇ ਓੜਕ ਨਹੀਂ ਪੈ ਸਕਦੇ। ਉਸ ਅਵਸਥਾ ਵਿੱਚ ਬੇਅੰਤ ਭਵਨ ਤੇ ਆਕਾਰ ਦਿਸਦੇ ਹਨ, ਜਿਨ੍ਹਾਂ ਸਭਨਾਂ ਵਿੱਚ ਉਸੇ ਤਰ੍ਹਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ। ਭਾਵ ਇਸ ਅਵਸਥਾ ਵਿੱਚ ਅਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿਸਦੀ ਹੈ। ਉਸਨੂੰ ਪ੍ਰਤੱਖ ਦਿਸਦਾ ਹੈ ਕਿ ਅਕਾਲ ਪੁਰਖ ਵਿਚਾਰ ਕਰਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ। ਹੇ ਨਾਨਕ, ਇਸ ਅਵਸਥਾ ਦਾ ਕਥਨ ਕਰਨਾ ਬਹੁਤ ਹੀ ਔਖਾ ਹੈ। ਭਾਵ ਇਹ ਅਵਸਥਾ ਬਿਆਨ ਨਹੀਂ ਹੋ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ। ਭਾਵ ਪਰਮਾਤਮਾ ਨਾਲ ਇੱਕ ਰੂਪ ਹੋ ਚੁੱਕਣ ਵਾਲੀ ਆਤਮਕ ਅਵਸਥਾ ਵਿੱਚ ਆਪਣੇ ਜੀਵ ਉੱਤੇ ਪਰਮਾਤਮਾ ਦੀ ਬਖਸ਼ਿਸ਼ ਦਾ ਦਰਵਾਜ਼ਾ ਖੁੱਲਦਾ ਹੈ। ਉਸ ਨੂੰ ਸਭ ਆਪਣੇ ਹੀ ਆਪਣੇ ਦਿਸਦੇ ਹਨ, ਹਰ ਪਾਸੇ ਪ੍ਰਭੂ ਹੀ ਨਜ਼ਰੀ ਆਉਂਦਾ ਹੈ। ਅਜਿਹੇ ਮਨੁੱਖ ਦੀ ਸੁਰਤ ਸਦਾ ਪ੍ਰਭੂ ਦੀ ਸਿਫਤ ਸਲਾਹ ਜੁੜੀ ਰਹਿੰਦੀ ਹੈ। ਹੁਣ ਮਾਇਆ ਇਸ ਨੂੰ ਠੱਗ ਨਹੀਂ ਸਕਦੀ, ਆਤਮਾ ਬਲਵਾਨ ਹੋ ਜਾਂਦੀ ਹੈ, ਪ੍ਰਭੂ ਨਾਲੋਂ ਵਿਥ ਨਹੀਂ ਪੈ ਸਕਦੀ। ਹੁਣ ਉਸ ਨੂੰ ਪ੍ਰਤੱਖ ਜਾਪਦਾ ਹੈ ਕਿ ਬੇਅੰਤ ਕੁਦਰਤ ਰਚ ਕੇ ਪ੍ਰਭੂ ਸਭ ਨੂੰ ਆਪਣੀ ਰਜ਼ਾ ਵਿੱਚ ਤੋਰ ਰਿਹਾ ਹੈ ਤੇ ਸਭ ਉੱਤੇ ਮਿਹਰ ਦੀ ਨਜ਼ਰ ਕਰ ਰਿਹਾ ਹੈ। ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਇੱਥੇ ਜਤ ਦਾ ਅਰਥ ਭਾਈ ਸਾਹਿਬ ਨੇ
ਆਪਣੇ ਸਰੀਰਿਕ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖਣਾ ਕੀਤਾ ਹੈ। ਪਹਾਰਾ ਸੁਨਿਆਰੇ ਦੀ ਦੁਕਾਨ, ਸੁਨਿਆਰ ਜਿਹੜਾ ਹੈ ਉਹ ਸੁਨਿਆਰਾ, ਧੀਰਜ ਸੁਨਿਆਰ, ਮਤ ਅਕਲ ਤੇ ਵੇਦ ਗਿਆਨ ਤੇ ਹਥਿਆਰ ਦਾ ਜਿਹੜਾ ਇੱਥੇ ਭਾਈ ਸਾਹਿਬ ਨੇ ਅਰਥ ਕੀਤਾ ਹੈ ਉਹ ਕੀਤਾ ਹੈ ਹਥੌੜਾ। ਤੇ ਇੱਥੇ ਐਗਜ਼ਾਮਪਲ ਲਿਆ ਹੈ ਹਥੌੜੇ, ਜਿਹੜੇ ਸੁਨਿਆਰ ਦੀ ਦੁਕਾਨ ਦੇ ਵਿੱਚ ਜੋ ਜੋ ਵੀ ਟੂਲਸ ਜਾਂ ਉਹ ਜਿਹੜੇ ਵੀ ਟੂਲ ਯੂਜ਼ ਕਰਕੇ ਸੋਨੇ ਨੂੰ ਘੜਦਾ ਹੈ, ਇਹ ਉਸ ਐਗਜ਼ਾਮਪਲ ਦੀ ਇੱਥੇ ਗੱਲ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਅਰਥ, ਜੇ ਜਤ ਰੂਪ ਦੁਕਾਨ ਹੋਵੇ, ਜਤ ਮਤਲਬ ਆਪਣੇ ਸਰੀਰਿਕ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖਣਾ। ਗੁਰਬਾਣੀ ਜਤ ਦਾ ਕਿਤੇ ਕਿਤੇ ਇੱਕ ਪੰਕਤੀ ਦੇ ਵਿੱਚ ਆਂਦਾ ਹੈ ਕਿ ਕਈ ਬਿੰਦ ਜਤਨ ਕਰ ਰਾਖਦੇ ਸੇ ਜਤੀ ਕਹਾਵੈ, ਪਰ ਅਸਲ ਦੇ ਵਿੱਚ ਜਤ ਉਹ ਹੈ ਜਿਹੜਾ ਸਾਰੇ ਹੀ ਆਪਣੀ ਵਿਕਾਰਾਂ ਨੂੰ, ਆਪਣੀ ਇੰਦਰੀਆਂ ਨੂੰ ਕੰਟਰੋਲ ਕਰਕੇ ਜੋ ਮਨੁੱਖ ਰੱਖਦਾ ਹੈ ਉਹ ਦਰਅਸਲ ਜਤੀ ਕਹਾਉਂਦਾ ਹੈ। ਸੋ ਭਾਈ ਸਾਹਿਬ ਸਮਝਾ ਰਹੇ ਨੇ ਕਿ ਜਤ ਰੂਪ ਦੁਕਾਨ ਹੋਵੇ, ਧੀਰਜ ਸੁਨਿਆਰਾ ਬਣੇ। ਧੀਰਜ ਸਾਡਾ ਸਬਰ, ਧੀਰਜ ਸੁਨਿਆਰਾ ਬਣੇ, ਮਨੁੱਖ ਦੀ ਆਪਣੀ ਮਤ ਅਹਿਰਣ ਹੋਵੇ। ਹੁਣ ਸੰਗਤ ਜੀ, ਅਹਿਰਣ ਤੁਸੀਂ ਦੇਖਿਆ ਹੋਏਗਾ, ਛੋਟਾ ਜਿਹਾ ਐਨਵਿਲ ਕਹਿੰਦੇ ਨੇ ਇੰਗਲਿਸ਼ ਦੇ ਵਿੱਚ, ਜਿਹਦੇ ਉੱਪਰ ਰੱਖ ਕੇ ਤੇ ਉਹਦੇ ਉੱਪਰ ਚੋਟ ਕੀਤੀ ਜਾਂਦੀ ਹੈ। ਤੇ ਮਤ ਆਪਣੀ ਅਹਿਰਣ ਹੋਵੇ ਤੇ ਉਹਦੇ ਉੱਪਰੋਂ ਗਿਆਨ ਦਾ ਹਥੌੜਾ ਵੱਜੇ। ਇਹ ਅਸੀਂ ਕੀ ਕਰ ਰਹੇ ਹਾਂ, ਅੱਗੇ ਗੁਰੂ ਸਾਹਿਬ ਸਮਝਾ ਰਹੇ ਨੇ। ਭਾਉ ਖਲਾ ਅਗਨ ਤਪ ਧਾਓ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਜੇ ਅਕਾਲ ਪੁਰਖ ਦਾ ਡਰ ਧੌਂਕਣੀ। ਹੁਣ ਧੌਂਕਣੀ ਆਪਾਂ ਦੁਬਾਰਾ ਪੜ੍ਹੀਏ, ਕੀ ਹੁੰਦੀ ਹੈ ਧੌਂਕਣੀ ਜੀ? ਭਾਉ ਖਲਾ, ਭਾਉ ਖਲਾ, ਖਲਾ ਧੌਂਕਣੀ ਕਹਿੰਦੇ ਨੇ। ਇੱਕ ਬੈਲੋ ਹੁੰਦੀ ਹੈ ਜੀ ਲੋਹਾਰਾਂ ਦੇ ਕੋਲ ਤੇ ਸੁਨਿਆਰਿਆਂ ਦੇ ਕੋਲ, ਜਿਹਨੂੰ ਉਹ ਪ੍ਰੈਸ ਕਰਕੇ ਹਵਾ ਕਰਦੇ ਨੇ। ਉਸ ਹਵਾ ਦੇ ਨਾਲ ਅੱਗ ਤੇਜ਼ ਹੁੰਦੀ ਹੈ, ਜਿਹਦੇ ਵਿੱਚ ਜਿਸ ਵੀ ਚੀਜ਼ ਨੂੰ ਅਸੀਂ ਘੜਨਾ ਹੈ ਉਹਨੂੰ ਰੱਖ ਕੇ ਹਵਾ ਮਾਰੀ ਜਾਂਦੀ ਹੈ ਤੇ ਅੱਗ ਤੇਜ਼ ਹੁੰਦੀ ਹੈ। ਤੇ ਮੈਟਲ, ਸੋਨਾ, ਲੋਹਾ, ਕੋਈ ਵੀ ਹੋਰ ਇਸ ਤਰ੍ਹਾਂ ਦੀ ਚੀਜ਼ ਜਿਨ੍ਹਾਂ ਨੂੰ ਸੁਨਿਆਰ ਜਿਹੜੇ ਘੜ ਕੇ ਉਹਨਾਂ ਨੂੰ ਬਣਾਉਂਦੇ ਨੇ, ਉਹਦੇ ਉੱਪਰ ਰੱਖੀ ਜਾਂਦੀ ਹੈ ਤੇ ਉਹਨੂੰ ਅਸੀਂ ਪੰਜਾਬੀ ਦੇ ਵਿੱਚ ਧੌਂਕਣੀ ਕਹਿੰਦੇ ਨੇ। ਇੱਕ ਉਹ ਚਮੜੇ ਦੀ ਬੈਲੋ ਹੁੰਦੀ ਹੈ। ਤੇ ਗੁਰੂ ਸਾਹਿਬ ਜੀ ਕਹਿ ਰਹੇ ਨੇ, ਭਉ ਖਲਾ ਅਗਨ ਤਪ ਤਾਓ। ਜੇ ਅਕਾਲ ਪੁਰਖ ਦਾ ਡਰ ਧੌਂਕਣੀ ਹੋਵੇ, ਕਾਲ ਕਮਾਈ ਅੱਗ ਹੋਵੇ। ਤਪ ਤਾਓ, ਕਾਲ ਅਗਨ ਤਪ ਤਾਓ। ਤਪ ਤਾਓ ਦਾ ਅਰਥ ਸਾਡੀ ਆਪਣੀ ਮਿਹਨਤ ਮੁਸ਼ੱਕਤ, ਕਿਹਦੇ ਲਈ? ਪਰਮਾਤਮਾ ਨੂੰ ਮਿਲਣ ਲਈ, ਪਰਮਾਤਮਾ ਦੇ ਨਾਲ ਇੱਕ ਹੋਣ ਲਈ ਜਿਹੜੀ ਕੀਤੀ ਹੋਈ ਮਿਹਨਤ ਸਾਡੀ, ਉਹ ਅੱਗ ਹੋਵੇ। ਪ੍ਰੇਮ ਕੁਠਾਲੀ ਹੋਵੇ। ਕੁਠਾਲੀ ਉਹ ਛੋਟਾ ਜਿਹਾ ਟੂਲ ਜਿਹਦੇ ਅੰਦਰ ਸੋਨਾ ਰੱਖ ਕੇ ਉਹਨੂੰ ਗਰਮ ਕੀਤਾ ਜਾਂਦਾ ਹੈ। ਪ੍ਰੇਮ ਕੁਠਾਲੀ ਹੋਵੇ ਤਾਂ ਹੇ ਭਾਈ ਉਸ ਕੁਠਾਲੀ ਵਿੱਚ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਗਲਾਵੋ। ਆਪਾਂ ਕੀ ਗਲਾ ਰਹੇ ਹਾਂ? ਅੰਮ੍ਰਿਤ ਨਾਮ ਗਲਾਵੋ, ਕਿਉਂਕਿ ਇਹੋ ਜਿਹੀ ਹੀ ਸੱਚੀ ਟਕਸਾਲ ਵਿੱਚ ਗੁਰੂ ਦਾ ਸ਼ਬਦ ਘੜਿਆ ਜਾਂਦਾ ਹੈ। ਸੰਗਤ ਜੀ, ਜੇ ਆਪ ਜੀ ਇਜਾਜ਼ਤ ਦਿਓ ਇਸ ਨੂੰ ਅਸੀਂ ਦੁਬਾਰਾ ਇੱਕ ਵਾਰੀ ਪੜ੍ਹੀਏ। ਜਤ ਪਹਾਰਾ ਧੀਰਜ ਸੁਨਿਆਰ, ਅਹਿਰਣ ਮਤ ਵੇਦ ਹਥਿਆਰ। ਜਤ ਆਪਣੇ ਇੰਦਰੀਆਂ ਨੂੰ ਵਿਕਾਰਾਂ ਤੋਂ ਰੋਕ ਕੇ ਰੱਖਣਾ, ਉਹਦੀ ਦੁਕਾਨ। ਧੀਰਜ ਸਾਡਾ ਸਬਰ ਜਿਹੜਾ ਹੈ ਉਹ ਸੁਨਿਆਰਾ ਹੋਵੇ। ਅਹਿਰਣ ਮਤ, ਸਾਡੀ ਮਤ ਜਿਹੜੀ ਹੈ ਉਹ ਅਹਿਰਣ, ਐਨਵਿਲ, ਜਿੱਦਾਂ ਕਿ ਸ਼ਬਦ ਵੀ ਆਉਂਦਾ ਹੈ ਨਾ, ਹਸਤੀ ਸਿਰ ਜਿਉ ਅੰਕਸ ਹੈ, ਅਹਿਰਣ ਜਿਉ ਸਿਰ ਦੇ ਮਨ ਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ। ਸੋ ਅਹਿਰਣ ਮਤ, ਵੇਦ, ਵੇਦ ਦਾ ਅਰਥ ਗਿਆਨ। ਸਾਨੂੰ ਗਿਆਨ ਜਿਹੜਾ ਕਿ ਸੰਗਤ ਕਰਕੇ, ਵਿਚਾਰਾਂ ਕਰਕੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬਾਣੀ ਪੜ੍ਹ ਕੇ ਜਿਹੜਾ ਸਾਨੂੰ ਗਿਆਨ ਮਿਲਦਾ ਹੈ, ਉਹਨੂੰ ਅਸੀਂ ਗਿਆਨ ਨੂੰ ਹਥੌੜਾ ਬਣਾਈਏ। ਇਸ ਤਰ੍ਹਾਂ ਕਰਕੇ ਪਰਮਾਤਮਾ ਦੇ ਡਰ ਦੀ ਸਾਡੇ ਕੋਲ ਬੈਲੋ ਹੋਵੇ, ਜਿਹਦੇ ਨਾਲ ਅਸੀਂ ਹਵਾ ਕਰਕੇ ਆਪਣੀ ਮਿਹਨਤ ਮੁਸ਼ੱਕਤ ਦੀ ਅੱਗ ਨੂੰ ਹੋਰ ਜ਼ਿਆਦਾ ਪ੍ਰਚੰਡ ਕਰਕੇ ਫਿਰ ਆਪਣੇ ਪ੍ਰੇਮ ਦੇ ਪਿਆਲੇ ਦੇ ਵਿੱਚ ਉਸ ਅੰਮ੍ਰਿਤ ਨਾਮ ਨੂੰ ਗਲਾਈਏ, ਤਾਂ ਐਸੀ ਟਕਸਾਲ ਦੇ ਵਿੱਚ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ ਕਿ ਐਸੀ ਟਕਸਾਲ ਦੇ ਵਿੱਚ ਆਪ ਜੀ ਅੰਮ੍ਰਿਤ ਨਾਮ ਜਿਹੜਾ ਹੈ ਉਸ ਨੂੰ ਗਲਾਓ। ਜੇ ਅਕਾਲ ਪੁਰਖ ਦਾ ਡਰ ਧੌਂਕਣੀ ਹੋਵੇ, ਕਾਲ ਕਮਾਈ ਅੱਗ ਹੋਵੇ, ਪ੍ਰੇਮ ਕਠਾਲੀ ਹੋਵੇ,
ਤਾਂ हे ਭਾਈ ਉਸ ਕਠਾਲੀ ਵਿੱਚ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਗਲਾਵੋ, ਕਿਉਂਕਿ ਇਹੋ ਜਿਹੀ ਹੀ ਸੱਚੀ ਟਕਸਾਲ ਵਿੱਚ ਗੁਰੂ ਦਾ ਸ਼ਬਦ ਘੜਿਆ ਜਾਂਦਾ ਹੈ। ਵਾਹਿਗੁਰੂ 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 ਵਾਹਿਗੁਰੂ। ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਅਰਥ, ਇਹ ਕਾਰ ਉਹਨਾਂ ਮਨੁੱਖਾਂ ਦੀ ਹੈ ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ। ਨਦਰ, ਨਦਰ ਮਤਲਬ ਮਿਹਰ ਦੀ ਨਜ਼ਰ। ਇਹ ਕਾਰ ਕਿਹੜੀ ਕਾਰ ਜੀ? ਜਿਹੜੀ ਅਸੀਂ ਉੱਪਰ ਪੜ੍ਹੀ ਹੈ ਕਿ ਕਿਵੇਂ ਸੱਚੀ ਟਕਸਾਲ ਦੇ ਵਿੱਚ ਨਾਮ ਜਿਹਨੂੰ ਗਲਾਣਾ ਹੈ, ਉਸ ਕਾਰ ਨੂੰ ਉਹੀ ਮਨੁੱਖ ਕਰਦੇ ਨੇ ਜਿਨ੍ਹਾਂ ਉੱਤੇ ਉਸ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਜਿਨ੍ਹਾਂ ਉੱਤੇ ਬਖਸ਼ਿਸ਼ ਹੁੰਦੀ ਹੈ। हे ਨਾਨਕ, ਉਹ ਮਨੁੱਖ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ। ਭਾਵ, ਪਰ ਇਹ ਉੱਚੀ ਆਤਮਕ ਅਵਸਥਾ ਤਦੋਂ ਹੀ ਬਣ ਸਕਦੀ ਹੈ ਜੇ ਆਚਰਨ ਪਵਿੱਤਰ ਹੋਵੇ, ਦੂਜਿਆਂ ਦੀ ਵਧੀਕੀ ਸਹਾਰਨ ਦਾ ਹੌਸਲਾ ਹੋਵੇ, ਉੱਚੀ ਤੇ ਵਿਸ਼ਾਲ ਸਮਝ ਹੋਵੇ, ਪ੍ਰਭੂ ਦਾ ਡਰ ਹਿਰਦੇ ਵਿੱਚ ਟਿਕਿਆ ਰਹੇ, ਸੇਵਾ ਦੀ ਘਾਲ ਖਾਲੀ ਜਾਏ, ਵਾਹਿਗੁਰੂ ਜੀ ਮਾਫ ਕਰਨਾ, ਸੇਵਾ ਦੀ ਘਾਲ ਘਾਲੀ ਜਾਏ, ਖਾਲਕ ਤੇ ਖਲਕ ਦਾ ਪਿਆਰ ਦਿਲ ਵਿੱਚ ਹੋਵੇ। ਇਹ ਜਤ, ਧੀਰਜ, ਮਤ, ਗਿਆਨ, ਭਉ, ਘਾਲ ਅਤੇ ਪ੍ਰੇਮ ਦੇ ਗੁਣ ਇੱਕ ਸੱਚੀ ਟਕਸਾਲ ਹੈ ਜਿਸ ਵਿੱਚ ਗੁਰ ਸ਼ਬਦ ਦੀ ਮੋਹਰ ਘੜੀ ਜਾਂਦੀ ਹੈ। ਭਾਵ, ਜਿਸ ਉੱਚੀ ਆਤਮਕ ਅਵਸਥਾ ਵਿੱਚ ਕੋਈ ਸ਼ਬਦ ਸਤਿਗੁਰੂ ਨੇ ਉਚਾਰਿਆ ਹੈ, ਉੱਪਰ ਦੱਸੇ ਜੀਵਨ ਵਾਲੇ ਸਿੱਖ ਨੂੰ ਵੀ ਉਹ ਸ਼ਬਦ ਉਸੇ ਆਤਮਕ ਅਵਸਥਾ ਵਿੱਚ ਲੈ ਪੜਦਾ ਹੈ। ਇੱਥੇ ਭਾਈ ਸਾਹਿਬ ਜੀ ਨੇ ਇੱਕ ਨੋਟ ਲਿਖਿਆ ਹੈ ਕਿ ਬਾਣੀ ਜਪ ਦੀਆਂ ਕੁੱਲ 38 ਪੌੜੀਆਂ ਹਨ ਜੋ ਇੱਥੇ ਸਮਾਪਤ ਹੋਈਆਂ ਹਨ। ਪਹਿਲੇ ਸ਼ਲੋਕ ਵਿੱਚ ਮੰਗਲਾਚਰਨ ਵਜੋਂ ਸਤਿਗੁਰੂ ਜੀ ਨੇ ਆਪਣੇ ਇਸ਼ਟ ਪ੍ਰਭੂ ਦਾ ਸਰੂਪ ਬਿਆਨ ਕੀਤਾ ਸੀ। ਪਹਿਲਾ ਸ਼ਲੋਕ ਕੀ ਸੀਗਾ ਜੀ? ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਅਗਲੇ ਅਖੀਰਲੇ ਸ਼ਲੋਕ ਵਿੱਚ ਸਾਰੀ ਬਾਣੀ ਜਪ ਦਾ ਸਿਧਾਂਤ ਦੱਸਿਆ ਹੈ। ਸ਼ਲੋਕ: ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਅਰਥ, ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਜੀਵਾਂ ਦੇ ਕੀਤੇ ਹੋਏ ਚੰਗੇ ਤੇ ਮੰਦੇ ਕਰਮ ਵਿਚਾਰਦਾ ਹੈ। ਆਪੋ ਆਪਣੇ ਇਹਨਾਂ ਕੀਤੇ ਹੋਏ ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ। ਵਾਹਿਗੁਰੂ ਜੀ, ਪਵਨ ਗੁਰੂ ਪਾਣੀ ਪਿਤਾ ਦਾ ਅਰਥ ਦਾਸ ਪੜਨਾ ਭੁੱਲ ਗਿਆ ਤੇ ਮੈਂ ਅਗਲੀ ਤੁਕ ਦਾ ਪੜਤਾ, ਮਾਫੀ ਦੇਣਾ ਜੀ। ਆਓ ਦੁਬਾਰਾ ਪੜਦੇ ਹਾਂ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਅਰਥ, ਪ੍ਰਾਣ ਸਰੀਰਾਂ ਲਈ ਇਉਂ ਹਨ ਜਿਵੇਂ ਗੁਰੂ ਜੀਵਾਂ ਦੇ ਆਤਮਾ ਲਈ ਹੈ। ਪ੍ਰਾਣ ਮਤਲਬ ਪਵਨ, ਪਾਣੀ ਸਭ ਜੀਵਾਂ ਦਾ ਪਿਓ ਹੈ ਅਤੇ ਧਰਤੀ ਸਭ ਦੀ ਵੱਡੀ ਮਾਂ ਹੈ। ਦਿਨ ਅਤੇ ਰਾਤ ਦੋਵੇਂ ਖਿਡਾਵਾਂ ਤੇ ਖਿਡਾਵੀ ਹਨ। ਦਿਵਸ ਰਾਤ ਦੋਏ ਦਾਈ ਦਾਇਆ, ਦਾਈ ਤੇ ਦਾਇਆ, ਖਿਡਾਵਾ ਤੇ ਖਿਡਾਵੀ ਹਨ। ਸਾਰਾ ਸੰਸਾਰ ਖੇਡ ਰਿਹਾ ਹੈ। ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿੱਚ ਅਤੇ ਦਿਨੇ ਕਾਰ ਵਿਹਾਰ ਵਿੱਚ ਪਰਚੇ ਪਏ ਹਨ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਜੀਵਾਂ ਦੇ ਕੀਤੇ ਹੋਏ ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ। ਆਪੋ ਆਪਣੇ ਇਹਨਾਂ ਕੀਤੇ ਹੋਏ ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਅਰਥ, हे ਨਾਨਕ, ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ।
ਅਕਾਲ ਪੁਰਖ ਦੇ ਦਰ ਤੇ ਉਹ ਉਜਲ ਮੁਖ ਵਾਲੇ ਹਨ ਅਤੇ ਹੋਰ ਵੀ ਕਈ ਜੀਵ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਕੂੜ ਦੀ ਪਾਲ ਢਾ ਕੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ। ਭਾਵ ਇਹ ਜਗਤ ਇੱਕ ਰੰਗ ਭੂਮੀ ਹੈ ਜਿਸ ਵਿੱਚ ਜੀਵ ਖਿਲਾੜੀ ਆਪੋ ਆਪਣੀ ਖੇਡ ਖੇਡ ਰਹੇ ਹਨ। ਹਰੇਕ ਜੀਵ ਦੀ ਪੜਤਾਲ ਬੜੇ ਗੌਰ ਨਾਲ ਹੋ ਰਹੀ ਹੈ। ਜੋ ਨਿਰੀ ਮਾਇਆ ਦੀ ਖੇਡ ਹੀ ਖੇਡ ਗਏ ਉਹ ਪ੍ਰਭੂ ਤੋਂ ਵਿੱਥ ਦੂਰੀ ਪਾਈ ਗਏ, ਪਰ ਜਿਨ੍ਹਾਂ ਨੇ ਸਿਮਰਨ ਦੀ ਖੇਡ ਖੇਡੀ ਉਹ ਆਪਣੀ ਮਿਹਨਤ ਸਫਲੀ ਕਰ ਗਏ ਤੇ ਹੋਰ ਕਈ ਜੀਵਾਂ ਨੂੰ ਇਸ ਸੁਚੱਜੇ ਰਾਹ ਤੇ ਪਾਉਂਦੇ ਹੋਏ ਆਪ ਵੀ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖਰੂ ਹੋਏ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸੰਗਤ ਜੀ, ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਜਗ੍ਹਾ ਹੋਰ ਆਂਦਾ ਹੈ ਤੇ ਉੱਥੇ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸ਼ਲੋਕ ਮਹਲਾ ਦੂਜਾ ਕਰਕੇ ਆਂਦਾ ਹੈ। ਉੱਥੇ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਲਿਖਿਆ ਗਿਆ ਹੈ। ਅਰਥ ਦੋਨਾਂ ਦਾ ਸੇਮ ਹੈ, ਅਰਥ ਦੋਨਾਂ ਦਾ ਇੱਕੋ ਹੀ ਹੈ ਕਿ ਜਿਨ੍ਹਾਂ ਨੇ ਆਪਣੀ ਮਿਹਨਤ ਸਫਲੀ ਵੀ ਕੀਤੀ ਤੇ ਉਹ ਹੋਰ ਕਈ ਜੀਵਾਂ ਨੂੰ ਇਸ ਸੱਜੇ ਰਾਹ ਤੇ ਪਾਉਂਦੇ ਹੋਏ ਆਪ ਵੀ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖਰੂ ਹੋਏ। ਸੰਗਤ ਜੀ, ਇੱਥੇ ਜਪਜੀ ਸਾਹਿਬ ਜੀ ਦੀ ਬਾਣੀ ਦੀ ਸਮਾਪਤੀ ਹੋਈ ਤੇ ਹੁਣ ਅੱਗੇ ਜਿਹੜੀ ਬਾਣੀ ਸਟਾਰਟ ਹੋਏਗੀ ਉਹਦਾ ਸਿਰਲੇਖ ਹੈ ਸੋਦਰ, ਤੇ ਇਹ ਬਾਣੀ ਜਿਹੜੀ ਹੈ ਉਹ ਰਾਗ ਆਸਾ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੰਕਿਤ ਕੀਤੀ ਹੈ। ਆਓ ਅਸੀਂ ਅੱਗੇ ਸੋਦਰ ਦੀ ਬਾਣੀ ਨੂੰ ਆਰੰਭ ਕਰੀਏ ਜੀ। ਸੋਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤਬੈ ਸਰਬ ਸਮਾਲੇ, ਬਾਜੇ ਨਾਦ ਅਨੇਕ ਅਸੰਖਾ, केते तेरे बावण हारे, केते तेरे राग परी स्यों कहिए, केते तेरे गावण हारे। अर्थ, हे प्रभु, तेरा ਉਹ ਘਰ ਅਤੇ ਉਸ ਘਰ ਦਾ ਦਰਵਾਜ਼ਾ ਬੜਾ ਹੀ ਅਚਰਜ ਹੋਵੇਗਾ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ। ਤੇਰੀ ਇਸ ਰਚੀ ਹੋਈ ਕੁਦਰਤ ਵਿੱਚ ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ। ਬੇਅੰਤ ਹੀ ਜੀਵ ਉਹਨਾਂ ਆਵਾਜ਼ਾਂ ਨੂੰ ਵਜਾਉਣ ਵਾਲੇ ਹਨ। ਰਾਗਣੀਆਂ ਸਮੇਤ ਬੇਅੰਤ ਹੀ ਰਾਗਾਂ ਦੇ ਨਾਮ ਲਏ ਜਾਂਦੇ ਹਨ। ਅਨੇਕਾਂ ਹੀ ਜੀਵ ਇਹਨਾਂ ਰਾਗ ਰਾਗਣੀਆਂ ਦੇ ਰਾਹੀਂ ਤੈਨੂੰ ਗਾਣ ਵਾਲੇ ਹਨ, ਤੇਰੀ ਸਿਫਤ ਦੇ ਗੀਤ ਗਾ ਰਹੇ ਹਨ। ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਅਰਥ, हे ਪ੍ਰਭੂ, ਹਵਾ, ਪਾਣੀ, ਅੱਗ ਆਦਿਕ ਤੱਤ ਤੇਰੇ ਗੁਣ ਗਾ ਰਹੇ ਹਨ, ਤੇਰੀ ਰਜ਼ਾ ਵਿੱਚ ਤੁਰ ਰਹੇ ਹਨ। ਧਰਮਰਾਜ ਤੇਰੇ ਦਰ ਤੇ ਖਲੋ ਕੇ ਤੇਰੀ ਸਿਫਤ ਸਲਾਹ ਦੇ ਗੀਤ ਗਾ ਰਿਹਾ ਹੈ। ਉਹ ਚਿਤਰਗੁਪਤ ਵੀ ਜੋ ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਧਰਮਰਾਜ ਵਿਚਾਰਦਾ ਹੈ, ਤੇਰੀ ਸਿਫਤ ਸਲਾਹ ਦੇ ਗੀਤ ਗਾ ਰਹੇ ਹਨ। ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ, ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ। ਅਰਥ, हे ਪ੍ਰਭੂ, ਅਨੇਕਾਂ ਦੇਵੀਆਂ ਸ਼ਿਵ ਅਤੇ ਬ੍ਰਹਮਾ ਆਦਿਕ ਦੇਵਤੇ ਜੋ ਤੇਰੇ ਹੀ ਸਵਾਰੇ ਹੋਏ ਹਨ, ਸਦਾ ਤੇਰੇ ਦਰ ਤੇ ਸੋਭ ਰਹੇ ਹਨ, ਤੈਨੂੰ ਗਾ ਰਹੇ ਹਨ, ਤੇਰੇ ਗੁਣ ਗਾ ਰਹੇ ਹਨ। ਕਈ ਇੰਦਰ ਦੇਵਤੇ ਆਪਣੇ ਤਖਤ ਉੱਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਉੱਤੇ ਤੈਨੂੰ ਗਾ ਰਹੇ ਹਨ, ਤੇਰੀ ਸਿਫਤ ਸਲਾਹ ਦੇ ਗੀਤ ਗਾ ਰਹੇ ਹਨ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ, ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਅਰਥ, हे ਪ੍ਰਭੂ, ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਜਨ ਤੇਰੇ ਗੁਣਾਂ ਦੀ ਵਿਚਾਰ ਕਰਕੇ ਤੈਨੂੰ ਸਲਾਹ ਰਹੇ ਹਨ, ਜਤੀ, ਦਾਨੀ
ਅਤੇ ਸੰਤੋਖੀ ਬੰਦੇ ਵੀ ਤੇਰੇ ਹੀ ਗੁਣ ਗਾ ਰਹੇ ਹਨ। ਬੇਅੰਤ ਤਕੜੇ ਸੂਰਮੇ ਤੇਰੀਆਂ ਹੀ ਵਡਿਆਈਆਂ ਕਰ ਰਹੇ ਹਨ। ਗਾਵਨ ਤੁਧਨੋਂ ਵੀਰ करारे, करारे मतलब तकड़े सूरमे, वीर ਜਿਹੜੇ ਸੂਰਮੇ ਯੋਧੇ ਮਹਾਬਲੀ, ਬੇਅੰਤ ਤਕੜੇ ਸੂਰਮੇ ਤੇਰੀਆਂ ਹੀ ਵਡਿਆਈਆਂ ਕਰ ਰਹੇ ਹਨ। ਸੰਗਤ ਜੀ ਇੱਥੇ ਇਹ ਵਾਲੇ ਅੰਗ ਦੀ ਸਮਾਪਤੀ ਹੈ। ਅਸੀਂ ਹੁਣ ਅਗਲਾ ਅੰਗ ਸ਼ੁਰੂ ਕਰਦੇ ਹਾਂ ਜੀ।